ये मोदी सरकार एक ਇਹੋ ਜਿਹੀ सरकार है भी इन्हें हरेक मसले ਨੂੰ हल करने ਦੇ ਲਈ ਜਿਹੜੀ ਇਹਦੀ ਵਿਰੋਧੀ ਹੈ ਤਾਂ ਉਹਨੂੰ ਮਤਲਬ ਇਹਨਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਜਿਵੇਂ ਲੱਖਾ ਸਦਾਣਾ, ਉਹ ਤੁਸੀਂ ਦੇਖੋਗੇ 2 ਦਿਨ ਪਹਿਲਾਂ ਲੱਖਾ ਸਦਾਣਾ ਦਿੱਲੀ ਨੂੰ ਗਿਆ ਤਾਂ ਉਹਦੇ ਮਤਲਬ ਕਿ ਚਾਚੇ ਦੇ ਲੜਕੇ ਨੂੰ ਯੂਨੀਵਰਸਿਟੀ ਦੇ ਵਿੱਚੋਂ ਪੇਪਰ ਦਿੰਦੇ ਨੂੰ ਫੜ ਕੇ 2 ਘੰਟੇ ਪੁਲਿਸ ਨੇ ਹਿਰਾਸਤ ਵਿੱਚ ਰੱਖਿਆ। ਪ੍ਰਾਈਵੇਟ ਬੰਦਾ ਅਲੱਗ-ਅਲੱਗ ਲੱਖਾਂ ਕਰੋੜਾਂ ਰੁਪਇਆ ਲੈ ਕੇ ਦੇਸ਼ ਚੋਂ ਭੱਜ ਜਾਣਗੇ। ਜਿਵੇਂ ਤੁਸੀਂ ਪਹਿਲਾਂ ਦੇਖਿਆ ਨੀਰਜ ਮੋਦੀ ਹੋ ਗਿਆ, ਇਹ ਸਾਰੇ ਕ੍ਰਿਮੀਨਲ ਚੋਰ ਸਾਰੇ ਬਾਹਰ ਭੱਜ ਗਏ। ਕੀ ਕਰ ਲਿਆ ਸਰਕਾਰ ਨੇ? ਕੁਝ ਨਹੀਂ ਹੋਇਆ ਸਰਕਾਰ ਤੋਂ। ਉਹ ਖੁੱਲ੍ਹੇਆਮ ਫਿਰ ਰਹੇ ਨੇ, ਉਹਨਾਂ ਦੀਆਂ ਕੰਪਨੀਆਂ ਚੱਲ ਰਹੀਆਂ ਨੇ ਹਲੇ ਵੀ। ਤੇ ਨੌਜਵਾਨਾਂ ਦਾ ਕਾਫਲਾ ਹੋਊਗਾ ਜੀ, ਆਪਾਂ ਉਹਨਾਂ ਨੂੰ ਉੱਥੇ ਹੀ ਅਵੇਅਰ ਕਰ ਸਕਦੇ ਹਾਂ। ਜੇ ਉਹਨਾਂ ਨੂੰ ਆਪਾਂ ਐਂ ਕਹਾਂਗੇ ਵੀ ਤੁਸੀਂ ਸਪੈਸ਼ਲ ਟਾਈਮ ਕੱਢ ਕੇ ਆਓ ਤਾਂ ਉਹਨਾਂ ਨੂੰ ਪਰੇਸ਼ਾਨੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ। D5 ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿਸਾਨ ਆਗੂ ਬਾਪੂ ਰੁਲਦੂ ਸਿੰਘ ਖੁੰਡੇ ਵਾਲੇ ਨਾਲ ਮਸ਼ਹੂਰ ਹੈ, ਜੋ ਦਿੱਲੀ ਦੇ ਵਿੱਚ ਟਿਕਰੀ ਬਾਰਡਰ ਦੇ ਉੱਤੇ ਮੌਜੂਦ ਹੈ। ਇਸ ਕਿਸਾਨੀ ਸੰਘਰਸ਼ ਨੂੰ ਲੈ ਕੇ, ਤਿੰਨੇ ਕਾਲੇ ਕਾਨੂੰਨ ਰੱਦ ਕਰਵਾਉਣ ਨੂੰ ਲੈ ਕੇ ਉੱਥੇ ਸਰਗਰਮ ਹੈ। ਉਹਨਾਂ ਦੇ ਪੋਤਾ ਮਾਨਸਾ ਦੇ ਵਿੱਚ ਨੌਜਵਾਨਾਂ ਨੂੰ ਅਵੇਅਰ ਕਰ ਰਿਹਾ ਹੈ ਦਿੱਲੀ ਜਾਣ ਦੇ ਲਈ। ਤੇ ਕੱਲ ਮਾਨਸਾ ਪੁਲਿਸ ਦੇ DSP ਤਰਸੇਮ ਸਿੰਘ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਛੱਡ ਦਿੱਤਾ ਗਿਆ ਸੀ। ਉਹਨਾਂ ਨਾਲ ਗੱਲ ਕਰਦੇ ਹਾਂ, ਕੀ ਕਹਿਣਾ ਉਹਨਾਂ ਦਾ। ਸਦੀਪ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜਿਸ ਤਰ੍ਹਾਂ ਕੱਲ ਤੁਹਾਨੂੰ DSP ਸਾਹਿਬ ਵੱਲੋਂ ਚੱਕਿਆ ਗਿਆ ਸੀਗਾ, ਕੀ ਮਾਮਲਾ ਸੀ ਪੂਰਾ? ਇਹ ਜੀ ਮਾਮਲਾ ਸੀਗਾ ਜੀ ਆਪਣੇ ਯੂਥ ਨੂੰ ਅਵੇਅਰ ਕਰਨ ਦਾ ਜੀ। ਅਸੀਂ ਦਿੱਲੀ ਜਾਣ ਲਈ ਯੂਥ ਨੂੰ ਅਵੇਅਰ ਕਰ ਰਹੇ ਸੀ ਵੀ ਆਪਾਂ ਦਿੱਲੀ ਕੂਚ ਕਰੀਏ ਜੀ। ਜਿਹੜੇ ਉੱਥੇ ਕੰਮ ਕਰਨ ਵਾਲੇ ਲੋਕਾਂ ਨੇ, ਜਿਨ੍ਹਾਂ ਨੇ ਆ ਕੇ ਕਣਕ ਵੱਢਣੀ ਹੈ ਜੀ, ਹੁਣ ਆਪਾਂ ਨੂੰ ਸਟੂਡੈਂਟਸ ਨੂੰ ਜਾ ਕੇ ਜੀ ਉੱਥੇ ਮੋਰਚਾ ਸਾਂਭਣ ਦੀ ਲੋੜ ਹੈ ਜੀ। ਇਸੇ ਗੱਲ ਨੂੰ ਆਪਾਂ ਅਵੇਅਰ ਕਰਨ ਦੇ ਲਈ ਮੁੰਡਿਆਂ ਨੂੰ ਕਹਿ ਰਹੇ ਸੀਗੇ ਵੀ ਤੁਸੀਂ ਵੱਧ ਤੋਂ ਵੱਧ ਆਪਾਂ ਕੂਚ ਕਰੀਏ। ਉੱਥੇ ਅਸੀਂ ਅਵੇਅਰ ਕਰ ਰਹੇ ਸੀ ਕੋਚਿੰਗ ਸੈਂਟਰ ਕੋਲੇ ਜੀ। ਉੱਥੇ ਇੰਸਟੀਟਿਊਟਸ ਨੇ ਜਿਹੜੇ ਸਟੂਡੈਂਟਸ ਨੂੰ ਪੜ੍ਹਾਉਂਦੇ ਆ ਜੀ। ਉੱਥੇ ਸਾਡੇ ਦੋਸਤਾਂ ਦਾ ਜਮਾਵੜਾ ਰਹਿੰਦਾ ਜੀ, ਉੱਥੇ ਮੁੰਡਿਆਂ ਦਾ ਬੜਾ ਇਕੱਠ ਰਹਿੰਦਾ ਹੈਗਾ। ਅਸੀਂ ਉੱਥੇ ਖੜ੍ਹ ਕੇ ਜੀ ਉਹਨਾਂ ਮੁੰਡਿਆਂ ਨੂੰ ਕਹਿ ਰਹੇ ਸੀ ਵੀ ਆਪਾਂ ਦਿੱਲੀ ਚੱਲੀਏ, ਵੀ ਇਸ ਤਰੀਕ ਨੂੰ ਆਪਾਂ ਉੱਥੇ ਵੱਧ ਤੋਂ ਵੱਧ ਪਹੁੰਚੀਏ। ਪਹੁੰਚ ਕੇ ਜੀ ਆਪਾਂ ਉੱਥੇ ਮੋਰਚੇ ਨੂੰ ਹੋਰ ਤਾਕਤਵਰ ਕਰੀਏ ਤੇ ਆਪਾਂ ਆਪਦੇ ਹੱਕਾਂ ਲਈ ਅਵੇਅਰ ਹੋਈਏ। ਕਿਉਂਕਿ ਇਹ ਕਾਨੂੰਨ ਜਿਹੜੇ ਹੋਰ ਵੀ ਕਾਨੂੰਨ ਲਿਆ ਰਹੇ ਨੇ, ਕਿਰਤ ਕਾਨੂੰਨ ਲਿਆ ਰਹੇ ਨੇ, ਜਿਹ 'ਚ ਤੁਹਾਡੀ 8 ਘੰਟਿਆਂ ਤੋਂ ਜੀ ਬਦਲ ਕੇ ਡਿਊਟੀ 12 ਘੰਟਿਆਂ ਦੀ ਹੋ ਜਾਣੀ ਆ। ਉਹ ਕਿਵੇਂ ਇੱਕ ਬੰਦਾ ਕੰਮ ਕਰੂਗਾ? ਕਿਵੇਂ ਸਾਨੂੰ ਨੌਕਰੀਆਂ ਮਿਲਣਗੀਆਂ? ਰੇਲਵੇ ਤਾਂ ਪ੍ਰਾਈਵੇਟ ਹੋ ਰਿਹਾ, BSNL ਤਾਂ ਪ੍ਰਾਈਵੇਟ ਹੋ ਰਿਹਾ। ਜਿਹੜੀਆਂ ਸਰਕਾਰੀ ਅਦਾਰੇ ਸੀਗੇ ਜੀ ਸਰਕਾਰ ਦੇ, ਉਹਨਾਂ ਨੂੰ ਪ੍ਰਾਈਵੇਟ ਕਰ ਰਹੇ ਨੇ। ਬੈਂਕਾਂ ਦੀ ਪ੍ਰਾਈਵੇਟਾਈਜੇਸ਼ਨ ਦੀ ਗੱਲ ਚੱਲ ਰਹੀ ਆ, ਕੁਛ ਕੁ % ਹਿੱਸਾ ਵੀ ਪ੍ਰਾਈਵੇਟ ਸੈਕਟਰ ਨੂੰ ਦੇ ਦਿੱਤਾ ਜਾਊਗਾ। ਉਹ ਜੀ ਹੁਣ ਦੇਖੋ, ਪ੍ਰਾਈਵੇਟ ਸੈਕਟਰ ਨੂੰ ਜਦੋਂ ਦਿੱਤਾ ਜਾਊਗਾ ਉਹਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਜਾਊਗਾ, ਉਹਨੂੰ ਕੋਈ ਡਰ ਹੀ ਨਹੀਂ ਰਹਿਣਾ। ਪ੍ਰਾਈਵੇਟ ਬੰਦਾ ਅਲੱਗ-ਅਲੱਗ ਲੱਖਾਂ ਕਰੋੜਾਂ ਰੁਪਇਆ ਲੈ ਕੇ ਦੇਸ਼ ਚੋਂ ਭੱਜ ਜਾਣਗੇ। ਜਿਵੇਂ ਤੁਸੀਂ ਪਹਿਲਾਂ ਦੇਖਿਆ ਨੀਰਜ ਮੋਦੀ ਹੋ ਗਿਆ, ਇਹ ਸਾਰੇ ਕ੍ਰਿਮੀਨਲ ਚੋਰ ਸਾਰੇ ਬਾਹਰ ਭੱਜ ਗਏ। ਕੀ ਕਰ ਲਿਆ ਸਰਕਾਰ ਨੇ? ਕੁਝ ਨਹੀਂ ਹੋਇਆ ਸਰਕਾਰ ਤੋਂ। ਉਹ ਖੁੱਲ੍ਹੇਆਮ ਫਿਰ ਰਹੇ ਨੇ, ਉਹਨਾਂ ਦੀਆਂ ਕੰਪਨੀਆਂ ਚੱਲ ਰਹੀਆਂ ਨੇ ਹਲੇ ਵੀ ਕਿਸੇ ਵੀ ਤਰੀਕੇ ਦਾ। ਜਿਸ ਤਰ੍ਹਾਂ ਕੱਲ ਤੁਹਾਨੂੰ ਚੱਕਿਆ ਗਿਆ ਸੀਗਾ, ਤੁਸੀਂ ਕਿਹਾ ਵੀ ਸੜਕ ਦੇ ਉੱਤੇ ਅਸੀਂ ਖੜੇ ਨੌਜਵਾਨਾਂ ਨੂੰ ਅਵੇਅਰ ਕਰ ਰਹੇ ਸੀਗੇ। ਤੁਸੀਂ ਸੜਕ ਤੇ ਤਾਂ ਵੈਸੇ ਖੜ ਨਹੀਂ ਸਕਦੀਆਂ ਇਸ ਤਰ੍ਹਾਂ, ਜਿਸ ਤਰ੍ਹਾਂ ਕੋਈ ਮੀਟਿੰਗ ਕਰਨੀ ਹੈ, ਤੁਸੀਂ ਦਫ਼ਤਰ ਦੇ ਵਿੱਚ ਬਹਿ ਕੇ ਮੀਟਿੰਗ ਕਰ ਸਕਦੇ ਹੋ। ਪੁਲਿਸ ਨੂੰ ਲੱਗਿਆ ਹੋਊ ਵੀ ਤੁਸੀਂ ਹੁੱਲੜਬਾਜ਼ ਹੋ, ਇਸ ਕਰਕੇ ਚੱਕਿਆ ਹੋਵੇ ਤੁਹਾਨੂੰ। ਤੁਹਾਡੀ ਗੱਲ ਜੀ ਜਮਾਂ ਠੀਕ ਹੈ। ਉਹਨਾਂ ਨੂੰ ਲੱਗਿਆ ਹੁੱਲੜਬਾਜੀ। ਕਿਸੇ ਵੀ ਪ੍ਰਕਾਰ ਦਾ ਸਾਡੇ 'ਤੇ ਕੋਈ ਕਲੇਮ ਨਹੀਂ ਸੀ। ਅਸੀਂ ਇੱਕ ਸਾਈਡ 'ਤੇ ਖੜੇ ਸੀ ਉੱਥੇ, ਜਿੱਥੇ ਜੀ ਤੁਹਾਨੂੰ ਦੱਸਿਆ ਮੈਂ ਪਹਿਲਾਂ ਵੀ, ਜਿੱਥੇ ਸਾਡੇ ਨੌਜਵਾਨ ਖੜੇ ਹੋਣਗੇ ਜੀ, ਸਾਨੂੰ ਤਾਂ ਉੱਥੇ ਜਾ ਕੇ ਗੱਲ ਕਰਨੀ ਪਊ। ਕਿਉਂਕਿ ਨੌਜਵਾਨ ਸਪੈਸ਼ਲ ਟਾਈਮ ਨਹੀਂ ਕੱਢਦੇ। ਤੁਸੀਂ ਚੰਡੀਗੜ੍ਹ ਵਗੈਰਾ ਕਿਤੇ ਵੀ ਜਾ ਕੇ ਯੂਨੀਵਰਸਿਟੀਆਂ, ਜਿੱਥੋਂ ਅਸੀਂ ਪ੍ਰੋਟੈਸਟ ਕਰਨਾ ਸਿੱਖਿਆ, ਅਸੀਂ ਪ੍ਰੋਟੈਸਟ ਕਰਨਾ ਦੇ ਤਰੀਕੇ ਸਿੱਖੇ ਨੇ, ਉਹ ਯੂਥ ਜਾਂਦਾ ਆਪਦੇ ਬੈਨਰ ਲੈ ਕੇ ਸੜਕ 'ਤੇ ਖੜ੍ਹਦੇ ਨੇ। ਉਹ ਵੀ ਇਹ ਸਾਡੀਆਂ ਮੰਗਾਂ ਨੇ ਜੀ, ਇਹ ਸਾਡਾ ਹੱਕ ਆ, ਸੰਵਿਧਾਨਕ ਹੱਕ ਆ। ਉਸ ਤਰੀਕੇ ਨਾਲ ਜੀ ਅਸੀਂ ਉਸ ਲਹਿਰ ਨੂੰ ਅੱਗੇ ਲਿਜਾ ਕੇ ਜੀ ਨੁੱਕੜ ਮੀਟਿੰਗਾਂ ਹੋ ਰਹੀਆਂ ਸੀ, ਜਿਹੜੀਆਂ ਤੁਹਾਡੀ ਸੜਕ ਵਾਲੀ ਗੱਲ ਕਰਦੇ ਹੋ ਜੀ। ਬਾਕੀ ਜਿੱਥੇ ਨੌਜਵਾਨਾਂ ਦਾ ਕਾਫਲਾ ਹੋਊਗਾ ਜੀ, ਆਪਾਂ ਉਹਨਾਂ ਨੂੰ ਉੱਥੇ ਹੀ ਅਵੇਅਰ ਕਰ ਸਕਦੇ ਹਾਂ। ਜੇ ਉਹਨਾਂ ਨੂੰ ਆਪਾਂ ਐਂ ਕਹਾਂਗੇ ਵੀ ਤੁਸੀਂ ਸਪੈਸ਼ਲ ਟਾਈਮ ਕੱਢ ਕੇ ਆਓ ਤਾਂ ਉਹਨਾਂ ਨੂੰ ਪਰੇਸ਼ਾਨੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ। ਹੁਣ ਇੱਕ ਸਟੂਡੈਂਟ ਕਲਾਸ ਲਾ ਕੇ ਥੱਲੇ ਉਤਰਦੇ ਨੇ 10 ਦੀ ਗਿਣਤੀ 'ਚ, 20 ਦੀ ਗਿਣਤੀ 'ਚ। ਆਪਾਂ ਉਹਨਾਂ ਨੂੰ ਉੱਥੇ ਕਹਿ ਰਹੇ ਹਾਂ ਜੀ ਵੀ ਇਸ ਤਰੀਕੇ ਦਾ ਆਪਣੀ ਪਲੈਨਿੰਗ ਆ ਵੀ 11 ਤਰੀਕ ਨੂੰ ਆਪਾਂ ਵੱਧ ਤੋਂ ਵੱਧ ਮੁੰਡੇ ਇਕੱਠੇ ਹੋ ਕੇ ਜੀ ਆਪਾਂ ਦਿੱਲੀ ਨੂੰ ਚੱਲੀਏ, ਦਿੱਲੀ ਨੂੰ ਕੂਚ ਕਰੀਏ। ਉਹ ਹੁਣ ਉੱਥੇ ਕਹਿਣਾ ਕਿੰਨਾ ਵਧੀਆ ਵੀ ਉੱਥੇ ਮੁੰਡੇ ਹੈਗੇ ਹੀ ਨੇ, ਪ੍ਰੈਜ਼ੈਂਟ ਨੇ। ਹੁਣ ਇਹ ਸਪੈਸ਼ਲ ਮੀਟਿੰਗਾਂ ਕਰਨੀਆਂ ਤਾਂ ਜੀ ਦੇਖੋ, ਨਾ ਤਾਂ ਸਾਡੇ ਕੋਲੇ ਹਲੇ ਉਸ ਤਰੀਕੇ ਦੇ ਪ੍ਰਬੰਧ ਨੇ ਵੀ ਆਪਾਂ ਇਸ ਤਰੀਕੇ ਨਾਲ ਵੀ ਬੰਦ ਮੀਟਿੰਗਾਂ ਕਰੀਏ, ਨਾ ਉਸ ਤਰੀਕੇ ਦੇ ਸਾਡੇ ਮੈਂਬਰ ਨੇ। ਇਹ ਸਾਡੇ ਹਲੇ ਯੂਥ ਸਾਡੇ ਨਾਲ ਚੱਲ ਰਿਹਾ। ਸਟਾਰਟਿੰਗ ਤੁਹਾਨੂੰ ਪਤਾ ਜੀ ਇਹ ਫਿਰ ਇਸ ਤਰੀਕੇ ਨਾਲ ਹੀ ਹੁੰਦੀ ਹੈ ਜੀ। ਬਾਕੀ ਜਿੰਨੇ ਵੀ ਲਹਿਰਾਂ ਉੱਠੀਆਂ ਨੇ ਜੀ, ਉਹ ਸੜਕਾਂ ਤੋਂ ਹੀ ਉੱਠੀਆਂ ਨੇ, ਸੜਕਾਂ 'ਤੇ ਹੀ ਖਤਮ ਹੋਈਆਂ ਨੇ, ਕਾਲਜਾਂ 'ਚ ਉੱਠੀਆਂ ਨੇ। ਸ਼ਹੀਦ ਭਗਤ ਸਿੰਘ ਹੋਰਾਂ ਨੇ ਕਾਲਜ 'ਚ ਜਾ ਕੇ ਜੀ ਆਪਦੀ ਇਹ ਜਿਹੜੀ ਇਨਕਲਾਬੀ ਲਹਿਰ ਨੂੰ ਇੱਕ ਹੁੰਗਾਰਾ ਵੱਡੀ ਜਿੱਤ ਪ੍ਰਾਪਤੀ ਕਰਵਾਈ ਸੀ, ਉਹ ਕਾਲਜ 'ਚ ਜਾ ਕੇ ਮਿਲੀ ਜੀ। ਸਟੂਡੈਂਟਸ ਨੂੰ ਅਵੇਅਰਨੈਸ ਨਾਲ ਹੀ ਮਿਲੀ। ਹੁਣ ਅਸੀਂ ਸਟੂਡੈਂਟ ਨੂੰ ਅਵੇਅਰ ਕਰਨ ਵਾਸਤੇ ਭਾਵੇਂ ਸਾਨੂੰ ਸੜਕ 'ਤੇ ਖੜ੍ਹਨਾ ਪਵੇ, ਭਾਵੇਂ ਸਾਨੂੰ ਰੇਲ ਗੱਡੀ ਦੀ ਲਾਈਨ 'ਤੇ ਖੜ੍ਹਨਾ ਪਵੇ, ਕਿਤੇ ਵੀ ਖੜ੍ਹਨਾ ਪਿਆ ਜੀ, ਅਸੀਂ ਖੜ੍ਹ ਕੇ ਆਪਦਾ
ਇਹ ਅਵੇਅਰਨੈਸ ਕਰਾਂਗੇ ਜੀ। ਫਿਰ ਭਾਵੇਂ ਦੀ ਪ੍ਰਸ਼ਾਸਨ ਸਾਡੇ ਨਾਲ ਕਿਸੇ ਵੀ ਤਰੀਕੇ ਦਾ ਬਿਹੇਵ ਕਰੇ, ਸਾਡੇ 'ਤੇ ਕੋਈ ਵੀ ਐਲੀਗੇਸ਼ਨ ਲਾਵੇ। ਬਾਕੀ ਰਹੀ ਗੱਲ ਜੀ 21 ਸਾਲ ਦੀ ਉਮਰ ਆ ਹੁਣ ਤੱਕ ਜੀ, ਆਹ ਯੂਥ ਵਿੰਗ ਖੜਾ ਤੁਹਾਡੇ ਕੋਲੇ, ਸਾਡਾ ਸਾਰਿਆਂ ਦਾ ਜੀ ਕਿਸੇ ਵੀ ਤਰੀਕੇ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ, ਕੋਈ ਅਸੀਂ ਗਲਤ ਕੰਮ ਨਹੀਂ ਕਰ ਰਹੇ ਸੀ। ਅਸੀਂ ਖੜ ਕੇ ਸਿਰਫ ਨੌਜਵਾਨਾਂ ਨੂੰ ਇੰਨੀ ਗੱਲ ਕਹਿ ਰਹੇ ਸੀ ਵੀ ਆਪਾਂ ਦਿੱਲੀ ਨੂੰ ਕੂਚ ਕਰੀਏ ਜੀ, ਵੱਧ ਤੋਂ ਵੱਧ ਗਿਣਤੀ 'ਚ। ਇਹੀ ਸਾਡੀ ਅਪੀਲ ਸੀ। ਡੀਐਸਪੀ ਸਾਹਿਬ ਵੱਲੋਂ ਆਇਆ ਗਿਆ, ਸਾਨੂੰ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ। ਇਹ ਹੁਣ ਬਹੁਤ ਨਿੰਦਿਆਯੋਗ ਗੱਲ ਹੈ ਜੀ। ਕਿਸੇ ਵੀ ਤਰੀਕੇ ਦਾ ਗਲਤ ਲੈਂਗੁਏਜ ਦੀ ਵਰਤੋਂ ਨਾ ਕਰੋ ਜੀ, ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਜੀ। ਇਹੀ ਸਾਡੇ ਮੇਨ ਮੁੱਦੇ ਸੀਗੇ ਜੀ, ਇਹੀ ਗੱਲਬਾਤ ਹੋਈ ਸੀ ਸਾਰੀ। ਇਹ ਗੱਲ ਕਰ ਪ੍ਰਸ਼ਾਸਨ ਦੀ ਬਹੁਤ ਵੱਡੀ ਗਲਤੀ ਹੈ ਜੀ, ਜਿਹੜਾ ਸਾਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ। ਤੁਹਾਡੇ ਦਾਦਾ ਜੀ ਕਿਸਾਨ ਆਗੂ ਜਿਹੜੇ ਰੁਲਦੂ ਸਿੰਘ ਨੇ, ਉਹ ਦਿੱਲੀ ਦੇ ਵਿੱਚ ਸਰਗਰਮ ਨੇ, ਤੁਸੀਂ ਇੱਥੇ ਨੌਜਵਾਨਾਂ ਨੂੰ ਅਵੇਅਰ ਕਰ ਰਹੇ ਹੋ, ਕਿਤੇ ਲੱਗਦਾ ਨਹੀਂ ਵੀ ਕੇਂਦਰ ਸਰਕਾਰ ਜਾਣਬੁੱਝ ਕੇ ਇਸ ਤਰ੍ਹਾਂ ਦੀਆਂ ਚਾਲਾਂ ਕਰ ਰਹੀ ਹੈ? ਇਹ ਜੀ ਚਾਲਾਂ ਕੇਂਦਰ ਸਰਕਾਰ ਦੀਆਂ ਵੀ ਨੇ, ਰਾਜ ਸਰਕਾਰ ਦੀਆਂ ਵੀ ਨੇ। ਇਹ ਸਾਡੇ ਜਿਹੜਾ ਪ੍ਰੋਟੈਸਟ ਚੱਲ ਰਿਹਾ ਜੀ, ਇਹਨੂੰ ਤੋੜਨ ਦੀਆਂ ਪੂਰੀਆਂ ਨੀਤੀਆਂ ਅਪਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ। ਹੁਣ ਸਾਡੇ ਨਾਲ ਯੂਥ ਅਵੇਅਰ ਆ, ਸਾਡੇ ਯੂਥ ਨੂੰ ਪਤਾ ਵੀ ਸਾਨੂੰ ਨੌਕਰੀਆਂ ਨਹੀਂ ਮਿਲ ਰਹੀਆਂ। ਹੁਣ ਯੂਥ ਇਕੱਠਾ ਹੋ ਰਿਹਾ ਜੀ, ਗੁੱਸਾ ਆ ਗਿਆ, ਗੁੱਸੇ ਨੂੰ ਤੁਸੀਂ ਕਿਸੇ ਤਰੀਕੇ ਨਾਲ ਕੰਟਰੋਲ ਹੀ ਨਹੀਂ ਕਰ ਸਕਦੇ। ਆਪਾਂ ਯੂਥ ਦੇ ਗੁੱਸੇ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ। ਇਹਨਾਂ 'ਚ ਹੁਣ ਮੁੰਡਿਆਂ 'ਚ ਗੁੱਸਾ। ਅਸੀਂ ਗੱਲ ਕਰ ਸਾਡੇ ਬਜ਼ੁਰਗਾਂ ਦੀਆਂ ਦਿੱਤੀਆਂ ਹੋਈਆਂ ਨੀਤੀਆਂ, ਸ਼ਾਂਤੀਪੂਰਵਕ ਤਰੀਕੇ ਨਾਲ ਅਸੀਂ ਪ੍ਰੋਟੈਸਟ ਕਰਨ ਵਾਲੇ ਲੋਕ ਹਾਂ ਜੀ। ਅਸੀਂ ਹਿੰਸਕ ਨਹੀਂ ਹੁੰਦੇ ਕਿਸੇ ਵੀ ਤਰੀਕੇ ਨਾਲ। ਜੇ ਗੱਲ ਕਰ ਪੁਲਿਸ ਪ੍ਰਸ਼ਾਸਨ ਵੱਲੋਂ ਆ ਕੇ ਜੀ ਸਾਨੂੰ ਗਾਲੀ ਗਲੋਚ ਕੀਤਾ ਜਾਂਦਾ ਤਾਂ ਉਹ ਇਹਨਾਂ ਦੀ ਵੀ ਨਿੰਦਿਆਯੋਗ ਗੱਲ ਹੈ ਜੀ। ਅਸੀਂ ਪ੍ਰਸ਼ਾਸਨ ਦੀ ਨਿੰਦਿਆ ਕਰਦੇ ਹਾਂ। ਜਿਹੜੀਆਂ ਇਹ ਸਰਕਾਰਾਂ ਦੀ ਚੁੱਕ ਚਾ ਕੇ ਇਹ ਗੱਲਾਂ ਕਰਦੇ ਨੇ ਜੀ, ਇਹ ਬੜੀਆਂ ਗਲਤ ਗੱਲਾਂ ਨੇ ਜੀ। ਆਪਦੇ ਬਲ ਦਾ ਗਲਤ ਉਪਯੋਗ ਨਾ ਕਰੋ ਜੀ। ਸਮਾਜ ਤੁਹਾਡੇ ਲਈ ਆ, ਸਮਾਜ ਨੇ ਤੁਹਾਨੂੰ, ਲੋਕਾਂ ਨੇ ਤੁਹਾਨੂੰ ਚੁਣ ਕੇ ਚੁਣਿੰਦੇ ਬਣਾਇਆ। ਤੁਸੀਂ ਆਪਦੀ ਇਹਦੇ ਪੋਸਟ ਦਾ ਜੀ ਗਲਤ ਇਸਤੇਮਾਲ ਨਾ ਕਰੋ, ਇਹੀ ਅਸੀਂ ਸਾਡੀ ਬੇਨਤੀ। ਜਿਸ ਤਰ੍ਹਾਂ ਸਾਡੇ ਨਾਲ ਕਿਸਾਨ ਆਗੂ ਰੁਲਦੂ ਸਿੰਘ ਜੀ ਦੇ ਬੇਟਾ ਗੁਰਜੰਟ ਸਿੰਘ ਮਾਨਸਾ ਜੀ ਨੇ, ਜਿਨ੍ਹਾਂ ਨਾਲ ਗੱਲ ਕਰਦੇ ਆ, ਕੀ ਕਹਿਣਾ ਉਹਨਾਂ ਦਾ? ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਗੁਰਜੰਟ ਸਿੰਘ ਜੀ, ਜਿਸ ਤਰ੍ਹਾਂ ਤੁਹਾਡੇ ਭਤੀਜੇ ਨੂੰ ਪੁਲਿਸ ਵੱਲੋਂ ਚੱਕਿਆ ਗਿਆ ਹੈਗਾ, ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਉਹਨਾਂ ਵੱਲੋਂ, ਤੇ ਤੁਸੀਂ ਕੀ ਕਾਰਵਾਈ ਕਰ ਰਹੇ ਹੋ? ਵੇਖੋ, ਉਹ ਜਿਹੜਾ ਪ੍ਰਸ਼ਾਸਨ ਵੱਲੋਂ ਉੱਥੋਂ ਇਹਨਾਂ ਨੂੰ ਚੱਕਿਆ ਗਿਆ, ਇਹ ਮਤਲਬ ਕਿ ਨੌਜਵਾਨਾਂ ਨੂੰ ਦਿੱਲੀ ਦੇ ਜਾਣ ਦੇ ਲਈ ਮਤਲਬ ਅਵੇਅਰ ਕਰ ਰਹੇ ਸੀਗੇ, ਉਹਨਾਂ ਨਾਲ ਇਹ ਮੀਟਿੰਗ ਕਰ ਰਹੇ ਸੀਗੇ। ਤਾਂ ਉੱਥੋਂ ਪੁਲਿਸ ਪ੍ਰਸ਼ਾਸਨ ਨੇ ਚੱਕ ਕੇ ਡੀਐਸਪੀ ਸਾਹਿਬ ਨੇ ਇਹਨਾਂ ਨੂੰ ਥਾਣੇ ਦੇ ਵਿੱਚ ਬੰਦ ਕਰਤਾ। ਪਰ ਜਦੋਂ ਉਹਨਾਂ ਕੋਲ ਕੋਈ ਇਸ ਤਰੀਕੇ ਦਾ ਇਹਨਾਂ ਦੇ ਉੱਤੇ ਕੋਈ ਬਲੇਮ ਹੀ ਨਹੀਂ ਸੀ ਵੀ, ਕਿਉਂਕਿ ਨਾ ਤਾਂ ਇਹਨਾਂ ਨੇ ਕੋਈ ਉੱਥੇ ਇਹੋ ਜਿਹੀ ਹਰਕਤ ਕੀਤੀ ਸੀ ਜਿਹੜੀ ਕੋਈ ਸਮਾਜ ਵਿਰੋਧੀ ਹੋਵੇ, ਤਾਂ ਫਿਰ ਉਹਨਾਂ ਨੂੰ 45 ਮਿੰਟਾਂ ਦੇ ਬਾਅਦ ਇਹਨਾਂ ਨੇ ਛੱਡ ਦਿੱਤਾ ਗਿਆ। ਤੇ ਅਸੀਂ ਵੀ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਿਆ, ਕਿਉਂਕਿ ਮੈਂ ਖੁਦ ਮਤਲਬ ਚੰਡੀਗੜ੍ਹ ਕਿਸਾਨ ਜਥੇਬੰਦੀ ਦੀ ਮੀਟਿੰਗ ਕਰਵਾਉਣ ਗਿਆ ਹੋਇਆ ਸੀ, ਮੈਨੂੰ ਇਸ ਗੱਲ ਦਾ ਪਤਾ ਲੱਗਿਆ। ਤਾਂ ਸਾਡੇ ਮਤਲਬ ਜਿਹੜੇ ਸ਼ਹਿਰ ਦੇ ਸੈਕਟਰੀ ਸੀਗੇ, ਮਤਲਬ CPIM ਲਿਬਰੇਸ਼ਨ ਦੇ ਬਿੰਦਰ ਸਿੰਘ ਅਲਖੋ, ਉਹ ਕੁਦਰਤੀ ਉੱਥੇ ਮਤਲਬ ਥਾਣੇ ਦੇ ਵਿੱਚ ਸੀਗੇ। ਉਹਨਾਂ ਨੇ ਮੈਨੂੰ ਫੋਨ ਕੀਤਾ। ਤਾਂ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਪੜਤਾਲ ਕਰੋ, ਇਹਦਾ ਕਾਰਨ ਕੀ ਹੈ, ਵਜ੍ਹਾ ਕੀ ਹੈ। ਵੀ ਕਈ ਵਾਰ ਨਵੇਂ ਨੌਜਵਾਨ ਨੇ, ਇਹਨਾਂ ਨੇ ਕੋਈ ਮਿਸਬਿਹੇਵਿੰਗ ਕੀਤੀ ਹੋਵੇ। ਤਾਂ ਉਹਨਾਂ ਨੇ ਜਦੋਂ ਪੜਤਾਲ ਕੀਤੀ, ਉਹਨਾਂ ਨੂੰ ਪਤਾ ਲੱਗਿਆ ਵੀ ਐਸਾ ਕੁਝ ਨਹੀਂ, ਬਸ ਇਹ ਤਾਂ ਪ੍ਰਸ਼ਾਸਨ ਨੇ ਵੈਸੇ ਵੀ ਕਿਉਂ ਇਹ ਮਤਲਬ ਕਿ ਮੀਟਿੰਗਾਂ ਵਗੈਰਾ ਕਰਵਾ ਰਹੇ ਨੇ, ਇਸੇ ਤੋਂ ਹੀ ਫੜ ਕੇ ਅੰਦਰ ਕੀਤਾ ਹੈ। ਤਾਂ ਉਹਨਾਂ ਨੇ ਕਾਲ ਦਿੱਤੀ ਸੀਗੀ ਅੱਜ ਦੀ, ਵੀ ਮਤਲਬ ਸਰਕਾਰ ਦੇ ਖਿਲਾਫ, ਪ੍ਰਸ਼ਾਸਨ ਦੇ ਖਿਲਾਫ ਮਤਲਬ ਅੱਜ ਰੋਸ ਪ੍ਰਦਰਸ਼ਨ ਜਿਹੜਾ ਇੱਥੇ ਕੀਤਾ ਜਾਊਗਾ। ਪਰ ਜਦੋਂ ਇੱਕ ਪ੍ਰਸ਼ਾਸਨ ਦੇ ਉੱਤੇ ਦਬਾਅ ਬਣਿਆ ਜਾਂ ਸਰਕਾਰ ਦੇ ਉੱਤੇ ਕਿਸੇ ਦਬਾਅ ਬਣਿਆ, ਤਾਂ ਉਹਨਾਂ ਨੂੰ ਇਸ ਲੱਗਿਆ ਵੀ ਕਿ ਅਸੀਂ ਇਹ ਗਲਤ ਕੀਤਾ। ਤਾਂ ਅੱਜ ਜਿਹੜੇ ਮਤਲਬ ਕਿ DSP ਸਾਹਿਬ ਸੀ, ਉਹਨਾਂ ਦੇ ਸੀਨੀਅਰ ਸੀਗੇ, ਉਹਨਾਂ ਨੇ ਆ ਕੇ ਇਸ ਗੱਲ ਦੀ ਰਿਲਾਈਜ਼ ਕੀਤੀ। ਸਾਡੇ ਮਤਲਬ ਪਾਰਟੀ ਦੇ ਆਗੂ ਜਿਹੜੇ ਭਗਵੰਤ ਸਿੰਘ ਸਮਾਉ, ਜਿਹੜੇ ਸਾਡੇ ਮਤਲਬ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਆਗੂ ਨੇ, ਤੇ CPIM ਲਿਬਰੇਸ਼ਨ ਦੇ ਕੇਂਦਰੀ ਆਗੂ ਨੇ, ਉਹਨਾਂ ਨੇ ਉਹਨਾਂ ਦੇ ਸਾਹਮਣੇ ਰਿਲਾਈਜ਼ ਕਰ ਲਿਆ। ਸਟੂਡੈਂਟਾਂ ਨੂੰ, ਨੌਜਵਾਨਾਂ ਨੂੰ ਉਹਨਾਂ ਨੇ ਇੱਕ ਇਸ ਗੱਲ ਦਾ ਵਿਸ਼ਵਾਸ ਦਿਵਾਇਆ ਵੀ ਇਸ ਤਰੀਕੇ ਦਾ ਪ੍ਰਸ਼ਾਸਨ ਤੋਂ ਦੁਬਾਰਾ ਕਦੇ ਮਤਲਬ ਕਿ ਨਹੀਂ ਉਹ ਕੀਤਾ ਜਾਊਗਾ, ਇਹ ਮਿਸਅੰਡਰਸਟੈਂਡ ਕਰੇਗੀ। ਤਾਂ ਉਸ ਤੋਂ ਬਾਅਦ ਜਿਹੜਾ ਸਾਡਾ ਇੱਥੋਂ ਦਾ ਅੰਦੋਲਨ ਸੀ, ਜਿਹੜਾ ਇੱਥੋਂ ਦਾ ਸਾਡਾ ਰੋਸ ਪ੍ਰਦਰਸ਼ਨ ਸੀ, ਉਹਨੂੰ ਅਸੀਂ ਸਮਾਪਤ ਕਰਦੇ ਹੋਏ ਇਹਦੇ ਵਿੱਚੋਂ ਜਿਹੜੀ ਕਹਾਣੀ ਸਾਡੇ ਸਮਝ ਆਉਂਦੀ ਸੀ ਵੀ ਇਹ ਸਰਕਾਰ ਦੀਆਂ ਜਿਹੜੀਆਂ ਕੁਝੀਆਂ ਚਾਲਾਂ ਨੇ, ਕਿਉਂਕਿ ਇਹ ਮੋਦੀ ਸਰਕਾਰ ਇੱਕ ਇਹੋ ਜਿਹੀ ਸਰਕਾਰ ਹੈ ਵੀ ਇਹਨੇ ਹਰੇਕ ਮਸਲੇ ਨੂੰ ਹੱਲ ਕਰਨ ਦੇ ਲਈ ਜਿਹੜੀ ਇਹਦੀ ਵਿਰੋਧੀ ਹੈ, ਤਾਂ ਉਹਨੂੰ ਮਤਲਬ ਇਹਨਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਜਿਵੇਂ ਲੱਖਾ ਸਦਾਣਾ, ਉਹ ਤੁਸੀਂ ਦੇਖੋਗੇ 2 ਦਿਨ ਪਹਿਲਾਂ ਲੱਖਾ ਸਦਾਣਾ ਦਿੱਲੀ ਨੂੰ ਗਿਆ, ਤਾਂ ਉਹਦੇ ਮਤਲਬ ਕਿ ਚਾਚੇ ਦੇ ਲੜਕੇ ਨੂੰ ਯੂਨੀਵਰਸਿਟੀ ਦੇ ਵਿੱਚੋਂ ਪੇਪਰ ਦਿੰਦੇ ਨੂੰ ਫੜ ਕੇ 2 ਘੰਟੇ ਪੁਲਿਸ ਨੇ ਹਿਰਾਸਤ 'ਚ ਰੱਖਿਆ, ਤਾਂ ਬਿਨਾਂ ਕਿਸੇ ਕਾਰਵਾਈ ਤੋਂ ਉਹਨੂੰ ਛੱਡ ਦਿੱਤਾ ਹੋਇਆ। ਉਹੀ ਵੀ ਇਹ ਜਿਹੜਾ ਉਸ ਅੰਦੋਲਨ ਦਾ ਮੂੰਹ ਹੈ, ਇੱਧਰ ਲੋਕਲ ਘੁੰਮ ਜਾਵੇ, ਉਹੀ ਸਾਨੂੰ ਇੱਕ ਚਾਲ ਲੱਗਦੀ ਹੈ ਵੀ ਉਸੇ ਚਾਲ ਦੇ ਵਿੱਚ ਇਹ ਜਿਹੜਾ ਮਤਲਬ ਉਹ ਸਰਕਾਰ ਦੇ ਇਸ਼ਾਰਿਆਂ 'ਤੇ ਮਤਲਬ ਇਹ ਸਾਡੇ ਜਿਹੜੇ ਨੌਜਵਾਨ ਆਗੂ ਨੇ, ਇਹਨਾਂ ਨੂੰ ਫੜਿਆ ਗਿਆ ਸੀਗਾ। ਪਰ ਅਸੀਂ ਸਾਫ਼ ਕਹਿੰਦੇ ਹਾਂ ਵੀ ਜਿੰਨਾ ਸਮਾਂ ਤਿੰਨੇ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ, ਜਿੰਨਾ ਸਮਾਂ MSP ਦਾ ਕਾਨੂੰਨ ਪੂਰੇ ਦੇਸ਼ 'ਚ ਲਾਗੂ ਨਹੀਂ ਹੋ ਜਾਂਦਾ, ਬਿਜਲੀ ਬਿੱਲ ਐਕਟ ਖਤਮ ਨਹੀਂ ਹੋ ਜਾਂਦਾ, ਜਿੰਨਾ ਸਮਾਂ ਜਿਹੜਾ ਇਹਨਾਂ ਨੇ ਪਿਛਲੀ ਗਲੀ ਦੇ ਵਿੱਚ
ਦੀ ਮਤਲਬ ਜਿਹੜਾ ਦੇਸ਼ ਨੂੰ ਉਜਾੜਨ ਦਾ, ਮਾਰਨ ਦਾ ਜਿਹੜਾ ਕਿਰਤ ਕਾਨੂੰਨ ਇਹਨਾਂ ਨੇ ਮਤਲਬ ਖਤਮ ਕੀਤਾ ਹੈ, ਜਿਹਦੇ ਨਾਲ ਜੇ ਕਾਲੇ ਕਾਨੂੰਨਾਂ ਦੀ ਬਦੌਲਤ 19% ਕਿਸਾਨ ਪ੍ਰਭਾਵਿਤ ਹੁੰਦੇ ਨੇ ਤਾਂ ਉਹਦੇ ਨਾਲ 58% ਲੋਕ ਨੇ ਜਿਹੜੇ ਉਹ ਪ੍ਰਭਾਵਿਤ ਹੋਣਗੇ, ਦੇਸ਼ ਬਰਬਾਦ ਹੋਣਗੇ। ਜਿੰਨਾ ਸਮਾਂ ਉਹ ਕਿਰਤ ਕਾਨੂੰਨ ਆ ਖਤਮ ਨਹੀਂ ਹੋ ਜਾਂਦੇ ਤੇ ਨੌਜਵਾਨਾਂ ਨੂੰ ਰੁਜ਼ਗਾਰ ਗਰੰਟੀ ਕਾਨੂੰਨ ਨਹੀਂ ਬਣਦਾ, ਉਨਾ ਸਮਾਂ ਅਸੀਂ ਕੇਂਦਰ ਵੱਲ ਸਾਡਾ ਮੂੰਹ ਰਹੂਗਾ, ਅਸੀਂ ਕੇਂਦਰ ਦੇ ਵੱਲ ਲੜਦੇ ਰਹਾਂਗੇ। ਤੇ ਹੁਣ ਅਸੀਂ ਆਪਣੇ ਮਿਸ਼ਨ ਨੂੰ ਪੂਰਾ ਕਰਦੇ ਹੋਏ 11 ਤਰੀਕ ਨੂੰ ਕੱਲ੍ਹ ਨੂੰ ਸਾਡੇ ਨੌਜਵਾਨਾਂ ਦਾ ਵੱਡਾ ਜਥਾ ਜਿਹੜਾ ਉਹ ਦਿੱਲੀ ਨੂੰ ਕੂਚ ਕਰ ਰਿਹਾ ਹੈ। ਜਿਸ ਤਰ੍ਹਾਂ ਸੁਖਦੀਪ ਸਿੰਘ ਸੁੱਖੀ ਨੇ ਦੱਸਿਆ ਹੈਗਾ ਵੀ ਉਹਨਾਂ ਨੂੰ ਮਾਨਸਾ ਪੁਲਿਸ ਦੁਆਰਾ ਜਾਣਬੁੱਝ ਕੇ ਚੱਕਿਆ ਗਿਆ ਤੇ 45-46 ਮਿੰਟ ਹਿਰਾਸਤ ਦੇ ਵਿੱਚ ਵੀ ਰੱਖਿਆ ਗਿਆ ਤੇ ਉਹਨਾਂ ਦੇ ਤਾਇਆ ਜੀ ਗੁਰਜੰਟ ਸਿੰਘ ਮਾਨਸਾ ਨੇ ਦੱਸਿਆ ਹੈਗਾ ਵੀ ਕੇਂਦਰ ਸਰਕਾਰ ਜਾਣਬੁੱਝ ਕੇ ਅਜਿਹੀਆਂ ਕੋਝੀਆਂ ਚਾਲਾਂ ਚੱਲ ਰਹੀ ਹੈ। ਪਹਿਲਾਂ ਲੱਖੇ ਸਿਧਾਣੇ ਦੇ ਚਾਚਾ ਜੀ ਦੇ ਲੜਕੇ ਨੂੰ ਵੀ ਪੁਲਿਸ ਦੁਆਰਾ ਚੱਕ ਕੇ 2 ਘੰਟਿਆਂ ਬਾਅਦ ਛੱਡ ਦਿੱਤਾ ਗਿਆ ਸੀ। ਇਸ ਕਰਕੇ ਇਹ ਜਿਹੜੇ ਕਾਲੇ ਕਾਨੂੰਨ ਨੇ ਇਹ ਰੱਦ ਕਰਵਾ ਕੇ ਹੀ ਸਾਹ ਲੈਣਗੇ। ਕੈਮਰਾਮੈਨ ਪਵਨ ਦੇ ਨਾਲ ਸੰਜੀਵ ਲੱਕੀ, D5 ਚੈਨਲ ਮਾਨਸਾ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।